ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ। ਗੁਰੂ ਵਾਹ ਹੈ, ਗੁਰੂ ਧਨ ਹੈ। ਗੁਰੂ ਦੀ ਹੀ ਫੌਜ ਹੈ ਖਾਲਸਾ। ਖਾਲਸਾ ਰੱਬ ਦੀ ਫੌਜ ਨਹੀਂ, ਅਕਾਲ ਪੁਰਖ ਦੀ ਫੌਜ ਨਹੀਂ, ਕਿਉਂਕਿ ਅਕਾਲ ਪੁਰਖ ਕੋਈ ਦੇਹਧਾਰੀ ਨਹੀਂ ਜਿਸ ਨੂੰ ਫੌਜਾਂ ਦੀ ਲੋੜ ਹੋਵੇ। ਅਕਾਲ ਪੁਰਖ ਸਾਰੀ ਦੁਨੀਆ ਦਾ ਮਾਲਕ ਹੈ। ਉਹਦੇ ਨਿਯਮ ਸਾਰੀ ਦੁਨੀਆ ਵਿੱਚ ਚੱਲਦੇ ਹਨ। ਉਸ ਨੂੰ ਕਿਸੇ ਦਾ ਭੈ ਜਾਂ ਡਰ ਨਹੀਂ ਹੈ। ਇਸ ਕਰਕੇ ਅਕਾਲ ਪੁਰਖ ਦੀ ਕੋਈ ਫੌਜ ਨਹੀਂ। ਖਾਲਸਾ ਕੇਵਲ ਗੁਰੂ ਦੀ ਫੌਜ ਹੈ। ਅਕਾਲ ਪੁਰਖ ਦੀ ਕੋਈ ਫੌਜ ਨਹੀਂ ਹੈ। ਨਾ ਉਸ ਨੂੰ ਫੌਜਾਂ ਦੀ ਲੋੜ ਹੈ, ਨਾ ਉਸ ਨੂੰ ਕਿਸੇ ਤੋਂ ਕੋਈ ਡਰ ਹੈ। ਜਿਸ ਨੂੰ ਕੋਈ ਡਰ ਹੈ ਹਮਲੇ ਦਾ, ਉਸ ਦੇ ਕੋਲ ਹੀ ਫੌਜ ਹੁੰਦੀ ਹੈ। ਚਲੋ ਸ਼ੁਰੂ ਕਰਦੇ ਹਾਂ। ਗੁਰਬਾਣੀ ਦੇ ਸ਼ਬਦਾਂ ਨੂੰ ਸਮਝਣ ਵਾਸਤੇ ਜੋ ਵਿਚਾਰ ਸ਼ੁਰੂ ਕੀਤੀ ਹੋਈ ਹੈ, ਉਸ ਨੂੰ ਸ਼ੁਰੂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦਾਂ ਦੀ ਜਿਹੜੀ ਬਣਤਰ ਹੈ ਉਹ ਅੱਜ ਕੱਲ੍ਹ ਦੀ ਪੰਜਾਬੀ ਵਾਲੀ ਨਹੀਂ ਹੈ। ਇਹ ਪੁਰਾਤਨ ਪੰਜਾਬੀ ਹੈ। ਅੱਜ ਕੱਲ੍ਹ ਦੀ ਪੰਜਾਬੀ ਜਿਹੜੀ ਹੈ ਬਹੁਤ ਦੂਰ ਚਲੀ ਗਈ ਹੈ ਗੁਰਬਾਣੀ ਦੀ ਲਿਖਤ ਨਾਲੋਂ। ਇਸ ਕਰਕੇ ਗੁਰਬਾਣੀ ਦੀ ਲਿਖਤ ਨੂੰ ਸਮਝਣਾ ਬਹੁਤ ਔਖਾ ਹੋ ਚੁੱਕਾ ਹੈ। ਅਤੇ ਵਾਹ ਲੱਗਦੀ ਨੂੰ ਬੋਲਣ ਵਾਲੇ ਵੀ ਇਸੇ ਤਰ੍ਹਾਂ ਹੀ ਬੋਲਣ ਲੱਗ ਪਏ ਹਨ, ਪੜ੍ਹਨ ਲੱਗ ਪਏ ਹਨ ਜਿਸ ਤਰ੍ਹਾਂ ਅੱਜ ਦੀ ਪੰਜਾਬੀ ਪੜ੍ਹੀ ਦੀ ਹੈ। ਇਹ ਪ੍ਰੋਬਲਮ ਹੈ, ਪਰ ਇਸ ਨੂੰ ਆਪਾਂ ਹੱਲ ਕਰਨਾ, ਸਮਝਣ ਦਾ ਯਤਨ ਕਰਨਾ, ਤਾਂ ਜੋ ਗੁਰਬਾਣੀ ਦੇ ਸ਼ਬਦਾਂ ਦਾ ਗਿਆਨ ਆਪਾਂ ਨੂੰ ਹੋ ਸਕੇ ਕਿ ਕਿਸ ਨਿਯਮ ਅਧੀਨ ਇਹ ਸ਼ਬਦ ਜੋੜ ਲਿਖੇ ਗਏ ਹਨ। ਸ਼ਬਦ ਜੋੜਾਂ ਨਾਲ ਲੱਗੀਆਂ ਹੋਈਆਂ ਮਾਤਰਾਂ ਕਿਸ ਨਿਯਮ ਅਨੁਸਾਰ ਲੱਗੀਆਂ ਹੋਈਆਂ ਹਨ। ਉਹਨਾਂ ਨਿਯਮਾਂ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਸਾਡਾ ਵਿਰਸਾ ਹੈ, ਇਹ ਖਜ਼ਾਨਾ ਹੈ। ਅਤੇ ਇਸ ਵਿੱਚ ਅਦਲਾ ਬਦਲੀ ਹੋ ਗਈ, ਕਿਸੇ ਨੇ ਕਰ ਦਿੱਤੀ, ਇਹਨਾਂ ਮਾਤਰਾ ਨਾਲ ਛੇੜਛਾੜ ਕਰ ਦਿੱਤੀ, ਤਾਂ ਫਿਰ ਇਹ ਖਜ਼ਾਨਾ ਜਿਹੜਾ ਇਸ ਨੂੰ ਸਮਝਣਾ ਔਖਾ ਹੋ ਜਾਏਗਾ। ਇਸ ਕਰਕੇ ਸਭ ਨੂੰ ਇਹ ਸ਼ਬਦ ਜੋੜਾਂ ਦੇ ਨਿਯਮ ਜਿਹੜੇ ਆ ਥੋੜ੍ਹੇ ਬਹੁਤੇ ਸਮਝਣੇ ਬੜੇ ਜ਼ਰੂਰੀ ਹਨ। ਅਤੇ ਪੜ੍ਹਨ ਵੇਲੇ ਇਹਨਾਂ ਸ਼ਬਦ ਜੋੜਾਂ ਨੂੰ ਧਿਆਨ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਹੈ। ਆਓ ਸ਼ੁਰੂ ਕਰਦੇ ਹਾਂ। ਇਹ ਐਪੀਸੋਡ ਨੰਬਰ 5 ਹੈ, 5ਵੀਂ ਵੀਡੀਓ ਹੈ। ਤੁਕ ਨੰਬਰ 61 ਵੱਲ ਆਉਂਦੇ ਹਾਂ। ਸਹੀ ਤੁਕ ਚੁਣੋ। ਤੋ ਗੱਲਾਂ ਕਰਦਿਆਂ ਉਮੀਦ ਹੈ ਗੁਰੂ ਪਿਆਰਿਓ ਸਰੋਤਿਓ ਤੁਸੀਂ ਇਹ ਤੁਕ ਚੁਣ ਲਈ ਹੋਵੇਗੀ ਵੀ ਕਿਹੜੀ ਠੀਕ ਲੱਗਦੀ ਹੈ। ਆਓ ਦੇਖਦੇ ਹਾਂ। ਇਸ ਤੁਕ ਦਾ ਮਤਲਬ ਹੈ ਜਿੱਡਾ ਵੱਡਾ ਮਾਲਕ ਜਾਂ ਅਕਾਲ ਪੁਰਖ ਜਾਂ ਰੱਬ ਜਿੱਡਾ ਵੱਡਾ ਬਣਨਾ ਚਾਹੁੰਦਾ ਹੋਵੇ, ਓਡਾ ਵੱਡਾ ਉਹ ਬਣ ਜਾਂਦਾ ਹੈ। ਭਾਵ ਜਿੰਨੀਆਂ ਵੱਡੀਆਂ ਸਿਫਤਾਂ ਕਰੀ ਜਾਓ, ਉਹ ਹੋਰ ਸਿਫਤਾਂ ਅੱਗੇ ਆਈ ਜਾਂਦੀਆਂ ਨੇ, ਮੁੱਕਦੀਆਂ ਹੀ ਨਹੀਂ। ਇਸ ਕਰਕੇ ਕਿਹਾ ਜਾਂਦਾ ਹੈ ਜਿੱਡਾ ਵੱਡਾ ਉਹ ਹੋਣਾ ਚਾਹੁੰਦਾ ਹੈ, ਓਡਾ ਵੱਡਾ ਹੋ ਜਾਂਦਾ। ਭਾਵ ਉਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ ਹੈ। ਆਓ ਦੇਖਦੇ ਹਾਂ। ਸ਼ਬਦ ਜੇਵੜ ਅਤੇ ਤੇਵੜ, ਇਹਨਾਂ ਦੀ ਗੱਲ ਹੈ ਇੱਥੇ। ਇਹਨਾਂ ਨੂੰ ਵੱਖ-ਵੱਖ ਢੰਗ ਨਾਲ ਲਿਖਿਆ ਹੋਇਆ। ਜਦੋਂ ਅਸੀਂ ਪੁਲਿੰਗ ਦੀ ਗੱਲ ਕਰਦੇ ਹਾਂ ਕਿ ਇਹ ਸ਼ਬਦ ਪੁਲਿੰਗ ਵਾਸਤੇ ਵਰਤੇ ਗਏ ਹਨ, ਪੁਲਿੰਗ ਵਿਅਕਤੀ ਵਾਸਤੇ ਵਰਤੇ ਗਏ ਹਨ, ਤਾਂ ਇਹਨਾਂ ਦਾ ਸਰੂਪ ਜਿਹੜਾ ਹੈ ਉਹ ਔਂਕੜ ਅੰਤ ਹੁੰਦਾ ਹੈ, ਯਾਨੀ ਓਕਾਰ ਅੰਤ ਹੁੰਦਾ ਹੈ। ਓਕਾਰਾਂ ਦਾ ਮਤਲਬ ਹੈ ਜੇਵੜ ਦੇ ਤੇਵੜ ਦੇ ਜਿਹੜੇ ਡੱਡੇ ਹਨ ਵਰਤੇ ਹੋਏ, ਇਹਨਾਂ ਨੂੰ ਔਂਕੜ ਚਾਹੀਦੇ ਹਨ, ਕਿਉਂਕਿ ਇਹ ਪੁਲਿੰਗ ਵਾਸਤੇ ਵਰਤੇ ਗਏ ਹਨ। ਇਹ ਅਕਾਲ ਪੁਰਖ ਵਾਸਤੇ ਵਰਤੇ ਗਏ ਹਨ। ਜੇਵੜ ਭਾਵੈ ਤੇਵੜ ਹੋਏ। ਤੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਐੜਾ ਵਾਲੀ ਪੰਕਤੀ ਜਿਹੜੀ ਹੈ ਉਹ ਦਰੁਸਤ ਹੈ। ਜੇਵੜੂ ਭਾਵੈ ਤੇਵੜੂ ਹੋਇ।
ਅੱਗੇ ਤੁਕ ਨੰਬਰ 62 ਹੈ। ਗੁਰੂ ਪਿਆਰਿਓ, ਸਹੀ ਤੁਕ ਚੁਣੋ। ਇਹ ਤੁਕ ਜਿਹੜੀ ਹੈ ਵੀ ਜੇਵੜ ਤੇਵੜ ਵਾਲੀ ਹੈ, ਧਿਆਨ ਰੱਖਿਓ। ਜਿਹੜੀਆਂ ਆਪਾਂ ਗੱਲਾਂ ਤੁਕ ਨੰਬਰ 61 ਵਿੱਚ ਸਿੱਖੀਆਂ ਹਨ, ਇੱਥੇ ਆਪਾਂ ਕੋਸ਼ਿਸ਼ ਕਰਨੀ ਹੈ ਲਾਗੂ ਕਰਨ ਦੀ। ਇਸ ਤੁਕ ਦਾ ਮਤਲਬ ਹੈ, ਜਿੱਡਾ ਵੱਡਾ ਉਹ ਆਪ ਹੈ, ਓਡੀ ਵੱਡੀ ਉਸ ਦੀ ਦਾਤ ਹੈ। ਇਹਦਾ ਮਤਲਬ ਇਹ, ਪ੍ਰਭੂ ਜਿੱਡਾ ਵੱਡਾ ਤੂੰ ਹੈ, ਆਪ ਤੂੰ ਹੈ, ਓਡੀ ਵੱਡੀ ਤੇਰੀ ਦਾਤ ਹੈ। ਦਾਤ ਮਤਲਬ ਬਖਸ਼ਿਸ਼ ਹੁੰਦਾ ਹੈ। ਬੋਲਣ 'ਚ ਫਰਕ ਹੈ ਕਿ ਲੋਕ ਕਿਸ ਤਰ੍ਹਾਂ ਬੋਲਦੇ ਹਨ। ਤਾਂ ਆਓ ਦੇਖਦੇ ਹਾਂ ਕਿਹੜੀ ਤੁਕ ਜਿਹੜੀ ਆ ਉਹ ਨਿਯਮਾਂ ਅਨੁਸਾਰ ਠੀਕ ਜਾਪਦੀ ਹੈ। ਤਾਂ ਆਪਾਂ ਦੇਖਿਆ ਸੀ ਵੀ ਜਦੋਂ ਪੁਲਿੰਗ ਵਾਸਤੇ ਸ਼ਬਦ ਵਰਤੇ ਜਾਣ, ਜੇਵੜ ਤੇ ਤੇਵੜ, ਇਹਨਾਂ ਵਿੱਚ ਡੱਡਾ ਅੱਖਰ ਜਿਹੜਾ ਹੈ ਓਕਾਰਾਂਤ ਹੁੰਦਾ ਹੈ, ਔਂਕੜ ਸਹਿਤ ਹੁੰਦਾ ਹੈ। ਹੁਣ ਇਸ ਨਿਯਮ ਨੂੰ ਤੇ ਦੇਖੀਏ ਤਾਂ ਇਹ ਊੜਾ ਵਾਲੀ ਪੰਕਤੀ ਜਿਹੜੀ ਹੈ ਉਹਦੇ ਵਿੱਚ ਜੇਵੜ ਸ਼ਬਦ ਜਿਹੜਾ ਹੈ ਉਹ ਠੀਕ ਲਿਖਿਆ ਹੋਇਆ, ਕਿਉਂਕਿ ਉਹ ਰੱਬ ਨਾਲ ਸੰਬੰਧ ਰੱਖਦਾ ਹੈ, ਪੁਲਿੰਗ ਸ਼ਬਦ ਹੈ। ਜਿਹੜਾ ਤੇਵੜ ਸ਼ਬਦ ਹੈ ਇਹ ਪੁਲਿੰਗ ਨਾਲ ਸੰਬੰਧ ਨਹੀਂ ਰੱਖਦਾ, ਇਹ ਸੰਬੰਧ ਰੱਖਦਾ ਹੈ ਇਸਤਰੀ ਲਿੰਗ ਸ਼ਬਦ ਨਾਲ। ਉਹ ਹੈ ਬਖਸ਼ਿਸ਼, ਤੇਰੀ, ਤੇਰੀ ਦਾਤ, ਉਹ ਬਖਸ਼ਿਸ਼ ਨਾਲ ਸੰਬੰਧ ਰੱਖਦਾ ਹੈ। ਸੋ ਇਹਦਾ ਮਤਲਬ ਹੈ ਡੱਡਾ ਜਿਹੜਾ ਹੈ ਇਹ ਤੇਵੜ ਵਾਲਾ ਡੱਡਾ ਮੁਕਤਾ ਹੋਣਾ ਚਾਹੀਦਾ ਅਤੇ ਜੇਵੜ ਵਾਲਾ ਡੱਡਾ ਔਂਕੜ ਵਾਲਾ ਹੋਣਾ ਚਾਹੀਦਾ। ਅਤੇ ਇਸ ਤਰ੍ਹਾਂ ਦੀਆਂ ਪੰਕਤੀਆਂ ਦੋ ਹਨ, ਊੜਾ ਅਤੇ ਈੜੀ। ਇਹਨਾਂ ਵਿੱਚ ਫਰਕ ਜਿਹੜਾ ਹੈ ਉਹ ਦਾਤ ਸ਼ਬਦ ਦੇ ਸ਼ਬਦ ਜੋੜਾਂ ਦਾ ਹੈ। ਊੜਾ ਵਿੱਚ ਤੱਤੇ ਨੂੰ ਸਿਆਰੀ ਹੈ, ਈੜੀ ਵਿੱਚ ਤੱਤਾ ਮੁਕਤਾ ਹੈ ਦਾਤ ਸ਼ਬਦ ਦਾ। ਹੁਣ ਪੜ੍ਹਨ ਵਾਲੇ ਤਾਂ ਦੋਹਾਂ ਨੂੰ ਦਾਤ ਹੀ ਪੜ੍ਹਦੇ ਹਨ, ਪਰ ਦਾਤ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਟੋਕੇ ਵਾਸਤੇ ਵਰਤਿਆ ਗਿਆ ਹੈ, ਜਾਂ ਦਾਤਰੇ ਵਾਸਤੇ ਵਰਤਿਆ ਗਿਆ ਹੈ, ਜਾਂ ਦਾਤੀਆਂ ਵਾਸਤੇ ਵਰਤਿਆ ਗਿਆ ਹੈ। ਸੋ ਦਾਤ ਦਾ ਮਤਲਬ ਵੱਢਣ ਵਾਲਾ ਇੱਕ ਹਥਿਆਰ ਹੁੰਦਾ ਹੈ। ਕੋਈ ਫਸਲ ਵੱਢਣੀ ਹੈ, ਕੋਈ ਦਰਖਤ ਵੱਢਣਾ ਹੈ, ਉਹ ਦਾਤ ਹੈ। ਉਹ ਦਾਤ ਜਿਹੜਾ ਸ਼ਬਦ ਜਿਹੜਾ ਹੈ ਉਹ ਈੜੀ ਵਿੱਚ ਹੈ, ਤੱਤਾ ਮੁਕਤਾ ਹੈ। ਅਤੇ ਇਹ ਹੈ ਵੀ ਬਹੁਤ ਵਚਨ ਵਰਤਿਆ ਗਿਆ ਇੱਥੇ, ਕਿਉਂਕਿ ਤੇਰੀ ਸ਼ਬਦ ਇੱਕ ਵਚਨ ਹੈ, ਇਹਦੇ ਅੱਗੇ ਬਹੁ ਵਚਨ ਸ਼ਬਦ ਨਹੀਂ ਆ ਸਕਦਾ। ਜਿੱਦਾਂ ਤੇਰੀ ਦਾਤ ਤੱਤਾ ਮੁਕਤਾ ਆ ਗਿਆ ਨਾ, ਇਹ ਨਹੀਂ ਆ ਸਕਦਾ। ਤੇਰੀ ਤੋਂ ਬਾਅਦ ਸ਼ਬਦ ਜਿਹੜਾ ਆਏਗਾ ਉਹ ਕੇਵਲ ਇਸਤਰੀ ਲਿੰਗ ਹੋਏਗਾ ਅਤੇ ਇੱਕ ਵਚਨ ਹੋਏਗਾ। ਪਰ ਈੜੀ ਵਿੱਚ ਦਾਤ ਸ਼ਬਦ ਜਿਹੜਾ ਇੱਕ ਵਚਨ ਨਹੀਂ ਹੈ, ਇਹ ਪਲੂਰਲ ਬਣ ਗਿਆ, ਕਿਉਂਕਿ ਇਹਦਾ ਮਤਲਬ ਹੈ ਵੱਢਣ ਵਾਲੇ ਹਥਿਆਰ। ਜੇ ਤੱਤੇ ਨੂੰ ਔਂਕੜ ਹੁੰਦਾ ਫਿਰ ਇੱਕ ਵਚਨ ਬਣਨਾ ਸੀ, ਉਹ ਵੀ ਪੁਲਿੰਗ ਬਣਨਾ ਸੀ। ਤੋ ਦੇਖਦਿਆਂ ਪਤਾ ਲੱਗਦਾ ਹੈ, ਜਾਪਦਿਆਂ ਵਿਚਾਰ ਕਰਦੇ ਹਾਂ ਕਿ ਊੜਾ ਵਾਲੀ ਪੰਕਤੀ ਜਿਹੜੀ ਆ ਉਹ ਦਰੁਸਤ ਹੈ। ਜੇਵੜ ਆਪ ਤੇਵੜ ਤੇਰੀ ਦਾਤ। ਤੋ ਇਸ ਤਰ੍ਹਾਂ ਪੜ੍ਹਾਂਗੇ ਤਾਂ ਤੱਤੇ ਨੂੰ ਸਿਆਰੀ ਨੂੰ ਧਿਆਨ 'ਚ ਰੱਖਾਂਗੇ ਤਾਂ ਇਹ ਗੱਲ ਸਮਝ ਆ ਸਕਦੀ ਹੈ। ਤੋ ਸਿਆਰੀ ਹੋਵੇ ਤੱਤੇ ਨੂੰ ਤਾਂ ਮਤਲਬ ਬਖਸ਼ਿਸ਼, ਤੱਤਾ ਮੁਕਤਾ ਹੈ ਇਹਦਾ ਮਤਲਬ ਵੱਢਣ ਵਾਲੇ ਹਥਿਆਰ, ਤੱਤੇ ਨੂੰ ਔਂਕੜ ਹੈ ਤਾਂ ਇਹ ਵੱਢਣ ਵਾਲਾ ਹਥਿਆਰ ਸਿੰਗੂਲਰ ਨੰਬਰ ਬਣ ਜਾਂਦਾ। ਅੱਗੇ ਤੁਕ ਨੰਬਰ 63 ਵੱਲ ਆਉਂਦੇ ਹਾਂ, ਸਹੀ ਤੁਕ ਚੁਣੋ। ਤੇ ਲਾਓ ਪਿਆਰੋ, ਆਪਣਾ ਆਪਣਾ ਹਿਸਾਬ ਕਿਤਾਬ ਲਾਓ, ਇਸ ਨੂੰ ਦੇਖੋ ਕਿ ਕਿਹੜੀ ਤੁਕ ਇੱਥੇ ਆਪਾਂ ਨੂੰ ਠੀਕ ਜਾਪਦੀ ਹੈ। ਇਹ ਤੁਕ ਜਿਹੜੀ ਲਗਭਗ ਰੋਜ਼ਾਨਾ ਪੜ੍ਹੀ ਜਾਂਦੀ ਹੈ ਜਪਜੀ ਦੇ ਪਾਠ ਵਿੱਚ, ਅਤੇ ਉਸ ਤੁਕ ਦਾ ਇਹ ਇੱਕ ਭਾਗ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਜੇ ਮਨ ਜਿੱਤ ਲਿਆ ਜਾਵੇ ਤਾਂ ਜੱਗ ਵੀ ਜਿੱਤਿਆ ਜਾਂਦਾ ਹੈ। ਮਨ ਜਿੱਤ ਲਿਆ ਜਾਵੇ ਇਹਦਾ ਮਤਲਬ ਸੰਸਾਰ ਦੀਆਂ ਵਾਸ਼ਨਾਵਾਂ ਜਿਹੜੀਆਂ ਉਹ ਵੀ ਜਿੱਤੀਆਂ ਜਾਂਦੀਆਂ ਹਨ, ਕਾਬੂ ਵਿੱਚ ਆ ਜਾਂਦੀਆਂ ਹਨ। ਤੋ ਜੱਗ ਜਿੱਤਣਾ ਮਤਲਬ ਇਹ ਨਹੀਂ ਕਿ ਬੰਦਾ ਰਾਜਾ ਬਣ ਜਾਂਦਾ ਸਾਰੀ ਦੁਨੀਆ ਦਾ। ਇੱਥੇ ਦੁਨੀਆ ਅੰਦਰ ਵਾਲੀ ਦੁਨੀਆ ਦੀ ਗੱਲ ਹੈ। ਅੰਦਰ ਵਾਲੀ ਦੁਨੀਆ ਦਾ ਜਿਹੜਾ ਝਮੇਲਾ ਹੈ, ਮੋਹ ਮਾਇਆ ਦਾ ਚੱਕਰ ਜਿਹੜਾ ਹੈ, ਉਹਦੀ ਗੱਲ ਚੱਲ ਰਹੀ ਹੈ। ਜੇ ਮਨ ਜਿੱਤ ਲਿਆ ਜਾਵੇ ਤਾਂ ਸੰਸਾਰ ਦੀਆਂ ਵਾਸ਼ਨਾਵਾਂ ਜਿਹੜੀਆਂ ਉਹ ਕਾਬੂ ਵਿੱਚ ਆ ਸਕਦੀਆਂ ਹਨ, ਇਹਦਾ ਅਰਥ ਹੈ।
ਲਓ ਜੀ, ਆਪਣੇ ਖਜ਼ਾਨੇ ਵਿੱਚੋਂ, ਯਾਦਾਂ ਦੇ ਖਜ਼ਾਨੇ ਵਿੱਚੋਂ ਟੋਲੋ ਵੀ ਕਿਹੜੀ ਪੰਕਤੀ ਠੀਕ ਹੋ ਸਕਦੀ ਹੈ, ਕਿਉਂਕਿ ਜਪਜੀ ਜੀ ਆਪਾਂ ਰੋਜ਼ ਪੜ੍ਹਦੇ ਹਾਂ। ਚਲੋ ਦੇਖਦੇ ਹਾਂ। तो जग जीत ਵਿੱਚ ਕੋਈ ਤਬਦੀਲੀ ਨਹੀਂ ਹੈ, ਉਸੇ ਤਰ੍ਹਾਂ ਤਿੰਨਾਂ ਪੰਕਤੀਆਂ ਵਿੱਚ ਜਗ ਜੀਤ, ਜਗ ਜਿੱਤਿਆ ਜਾਂਦਾ ਹੈ। ਜੀਤਾ ਹੈ ਤੇ ਜੀਤੇ ਸ਼ਬਦ ਵਿੱਚ ਅੰਤਰ ਹੈ, ਮਨ ਸ਼ਬਦ ਦੇ ਜੋੜਾਂ ਵਿੱਚ ਅੰਤਰ ਹੈ। ਜਿੱਥੇ ਮਨ ਨੰਨੇ ਨੂੰ ਸਿਆਰੀ ਹੋਵੇ ਤੇ ਇਹਦੇ ਨਾਲ ਜਿਹੜਾ ਵਰਬ ਹੈ, ਅੱਗੇ ਕਿਰਿਆ ਹੈ, ਉਹ ਦੁਲਾਵਾਂ ਵਾਲੀ ਕਿਰਿਆ ਹੋਵੇ, ਦੁਲਾਵਾਂ ਅੰਤ ਵਾਲੀ ਕਿਰਿਆ ਹੋਵੇ, ਤਾਂ ਉਹ ਜਿਹੜਾ ਜੋੜ ਹੈ ਸਹੀ ਬਣਦਾ ਹੈ। ਵਰਬ ਨੂੰ ਦੁਲਾਵਾਂ ਹੋਣ ਅੰਤ ਵਿੱਚ, ਉਸ ਤੋਂ ਪਹਿਲਾਂ ਨਾਮ ਸ਼ਬਦ ਜਿਹੜਾ ਹੈ ਉਹਨੂੰ ਸਿਆਰੀ ਹੋਵੇ, ਤੇ ਸਿਆਰੀ ਉਹਨੂੰ ਲੱਗਣੀ ਜ਼ਰੂਰੀ ਵੀ ਹੁੰਦੀ ਹੈ, ਅਰਥ ਤਾਂ ਬਣਦੇ ਹੈ। ਤੇ ਈੜੀ ਪੰਕਤੀ ਜਿਹੜੀ ਤੱਤੇ ਨੂੰ ਕੇਵਲ ਲਾਮ ਹੈ, ਤੱਤੇ ਨੂੰ ਨੰਨਾ ਮੁਕਤਾ ਵੀ ਹੈ, ਉਹ ਪੰਕਤੀ ਜਿਹੜੀ ਇਹਦਾ ਅਰਥ ਨਹੀਂ ਹੈ, ਅਰਥ ਨਹੀਂ ਪੂਰਾ ਕਰਦੀ, ਉਹਦਾ ਆਨਸਰ ਨਹੀਂ ਹੈ ਸਹੀ ਤੁਕ ਦਾ। ਐੜੇ ਵਾਲੀ ਪੰਕਤੀ ਜਿਹੜੀ ਹੈ ਇਹਦੇ ਵਿੱਚ ਨੰਨੇ ਨੂੰ ਔਂਕੜ ਆ ਗਿਆ, ਇਹ ਔਂਕੜ ਆ ਨਹੀਂ ਸਕਦਾ ਕਿਉਂ ਤੱਤੇ ਨੂੰ ਤੱਤੇ ਨੂੰ ਤੁਲਾਵਾਂ ਲੱਗੀਆਂ ਹੋਈਆਂ, ਤੇ ਨੰਨੇ ਨੂੰ ਔਂਕੜ ਨਹੀਂ ਆ ਸਕਦਾ। ਸੋ ਤੱਤੇ ਨੂੰ ਤੁਲਾਵਾਂ ਲੱਗੀਆਂ ਹੋਣ ਵਰਬ ਨੂੰ, ਤਾਂ ਨਾਮ ਸ਼ਬਦ ਨੂੰ ਸਿਆਰੀ ਪੈਂਦੀ ਹੈ, ਨੰਨੇ ਨੂੰ ਸਿਆਰੀ ਪੈ ਕੇ ਊੜਾ ਵਾਲੀ ਪੰਕਤੀ ਠੀਕ ਹੈ। ਮਨ ਹੀ ਜੀਤਾ, ਇਸ ਦਾ ਮਤਲਬ ਹੈ ਜੇ ਮਨ ਜਿੱਤ ਲਿਆ ਜਾਵੇ ਜਾਂ ਮਨ ਦੇ ਜਿੱਤਣ ਨਾਲ। ਤੁਕ ਨੰਬਰ 64 ਹੈ, ਸਹੀ ਤੁਕ ਚੁਣੋ। ਇਹ ਵੀ ਜਪਜੀ ਦੇ ਵਿੱਚੋਂ ਹੈ। ਉਸ ਨੂੰ ਨਮਸਕਾਰ ਹੈ, ਉਸ ਨੂੰ ਹੀ ਨਮਸਕਾਰ ਕਰੋ। ਉਸ ਨੂੰ ਦਾ ਮਤਲਬ ਹੈ ਰੱਬ ਨੂੰ। ਆਦੇਸ਼ ਸ਼ਬਦ ਜਿਹੜਾ ਹੈ ਤਾਂ ਮਤਲਬ ਹੁੰਦਾ ਨਮਸਕਾਰ, ਇਹ ਜੋਗੀਆਂ ਦਾ ਜਿਹੜਾ ਇਹ ਬੋਲਾ ਹੈਗਾ, ਜੋਗੀਆਂ ਦਾ ਸਿਸ਼ਟਾਚਾਰ ਜਿਹੜਾ ਉਹ ਇਸ ਤਰ੍ਹਾਂ ਆਦੇਸ਼ ਕਹਿੰਦੇ ਹਨ ਨਮਸਕਾਰ ਕਰਨ ਨੂੰ। ਆਦੇਸ਼ ਕਰਨੀ ਹੈ ਤਾਂ ਉਸੇ ਨੂੰ ਕਰੋ, ਇਹਦਾ ਅਰਥ ਹੈ। ਲਓ ਜੀ, ਆਦੇਸ਼ ਤਿਸੈ ਆਦੇਸ਼, ਆਦੇਸ਼ ਸ਼ਬਦ ਔਂਕੜ ਨਾਲ ਹੁੰਦਾ ਹੈ, ਤੇ ਇਹ ਪਹਿਲੀ ਪੰਕਤੀ ਵਿੱਚ ਤੇ ਈੜੀ ਵਾਲੀ ਪੰਕਤੀ ਜਿਹੜੀ ਉਹਦੇ ਵਿੱਚ ਦੋਹਾਂ ਵਿੱਚ ਸੱਸੇ ਔਂਕੜ ਹੈਗਾ। ਜਿਹੜਾ ਸ਼ਬਦ ਤਿਸੈ ਹੈ ਇਹ ਊੜੇ ਵਿੱਚ ਹੀ ਹੈ ਸੱਸੇ ਨੂੰ ਤੁਲਾਵਾਂ ਨਾਲ, ਤੇ ਇਸ ਕਰਕੇ ਊੜਾ ਵਾਲੀ ਪੰਕਤੀ ਠੀਕ ਹੈ। ਆਦੇਸ਼ ਤਿਸੈ, ਆਦੇਸ਼ ਤਿਸੈ ਮਨੇ ਤਿਸ ਨੂੰ, ਇਹ ਤੁਲਾਵਾਂ ਕਰਕੇ ਇਹਦਾ ਬਣਦਾ ਤਿਸ ਨੂੰ। ਪੰਕਤੀ ਨੰਬਰ 65 ਹੈ, ਸਹੀ ਤੁਕ ਚੁਣੋ ਪਿਆਰਿਓ। ਜਪਜੀ ਵੱਲ ਧਿਆਨ ਮਾਰੋ, ਆਪਾਂ ਤਾਂ ਪੜ੍ਹਦੇ ਹਾਂ। ਰੱਬ ਜਿਹੜਾ ਉਹ ਸੰਸਾਰ ਦਾ ਜਿਹੜਾ ਮੁੱਢ ਸੀ ਉਹਦੇ ਵਿੱਚ ਵੀ ਸੀ, ਤੇ ਜਦੋਂ ਸਮਾਂ ਬੀਤਦਾ ਗਿਆ, ਯੁੱਗ ਬੀਤਦੇ ਗਏ, ਉਸ ਵੇਲੇ ਵੀ ਉਹ ਰੱਬ ਜਿਹੜਾ ਸੱਚਾ ਉਹ ਹੋਂਦ ਵਿੱਚ ਸੀ। ਉਹਦੇ ਨਿਯਮ ਪਹਿਲਾਂ ਵੀ ਲਾਗੂ ਸਨ, ਸੰਸਾਰ ਤੋਂ ਪਹਿਲਾਂ ਵੀ ਤੇ ਸੰਸਾਰ ਦੇ ਵਿਚਕਾਰ ਵੀ। ਲਓ ਜੀ, ਦੇਖਦੇ ਹਾਂ ਕਿਹੜੀ ਪੰਕਤੀ ਕਰੈਕਟ ਲੱਗਦੀ ਹੈ। ਸੱਚ ਸ਼ਬਦ ਜਿਹੜਾ ਹੈ ਇਹ ਚਿੱਚੇ ਨੂੰ ਔਂਕੜ ਨਾਲ ਹੁੰਦਾ ਹੈ ਜੇ ਇਹਦੇ ਮੂਹਰੇ ਸੰਬੰਧਕ ਨਾ ਹੋਵੇ। ਜਿਵੇਂ ਸੱਚ ਕਾ ਪੰਥਾ, ਤਾਂ ਚਿੱਚੇ ਨੂੰ ਔਂਕੜ ਹਟ ਜਾਏਗਾ, ਮੂਹਰੇ ਸੰਬੰਧਕ ਆ ਜਾਂਦਾ। ਹੁਣ ਚੱਚੇ ਦੇ ਮੂਹਰੇ ਸੰਬੰਧਕ ਕੋਈ ਨਹੀਂ, ਇਸ ਕਰਕੇ ਸੱਚ ਸ਼ਬਦ ਚੱਚੇ ਨੂੰ ਔਂਕੜ ਨਾਲ ਰਹੇਗਾ, ਤੇ ਇਹ ਸ਼ਰਤ ਜਿਹੜੀ ਹੈ ਊੜਾ ਤੇ ਈੜੀ ਵਾਲੀ ਪੰਕਤੀ ਪੂਰੀ ਕਰਦੀ ਹੈ। ਚੱਚੇ ਨੂੰ ਔਂਕੜ ਪਾਇਆ ਹੋਇਆ। ਐੜੇ ਵਾਲੀ ਪੰਕਤੀ ਇਹ ਸ਼ਰਤ ਪੂਰੀ ਨਹੀਂ ਕਰਦੀ, ਇਸ ਕਰਕੇ ਐੜੇ ਵਾਲੀ ਪੰਕਤੀ ਇਹਦਾ ਉੱਤਰ ਨਹੀਂ। ਊੜਾ ਤੇ ਈੜੀ ਵਿੱਚੋਂ ਇੱਕ ਪੰਕਤੀ ਹੋਏਗੀ। ਜਿਹੜੇ ਸ਼ਬਦ ਆਦਿ ਅਤੇ ਚੁਗਾਦ ਹਨ, ਇਹਨਾਂ ਦਾ ਅਸਲੀ ਉਚਾਰਨ ਜਿਹੜਾ ਸਿਹਾਰੀਆਂ ਨਾਲ ਹੁੰਦਾ ਹੈ। ਆਦਿ ਸੱਚ, ਜੁਗਾਦਿ ਸੱਚ। ਇਹ ਸਿਹਾਰੀਆਂ ਜਿਹੜੀਆਂ ਹਨ ਇਹਨਾਂ ਨੂੰ ਹਮੇਸ਼ਾ ਪੈਂਦੀਆਂ ਹਨ ਆਦਿ ਅਤੇ ਜੁਗਾਦਿ ਨੂੰ। ਇਹਨਾਂ ਦੇ ਹਿਸਾਬ ਨਾਲ ਈੜੀ ਵਾਲੀ ਪੰਕਤੀ ਠੀਕ ਹੈ। ਆਦਿ ਸੱਚ, ਜੁਗਾਦਿ ਸੱਚ।
ਲਓ ਜੀ, ਤੁਕ ਨੰਬਰ 66 ਆ ਗਈ। ਗੁਰਬਾਣੀ ਦੇ ਪ੍ਰੇਮੀਓ, ਮਾਰੋ ਧਿਆਨ ਆਪਣਾ ਇੱਥੇ ਵੀ ਕਿਹੜੀ ਪੰਕਤੀ ਜਿਹੜੀ ਹੈ ਸ਼ਬਦ ਜੋੜਾਂ ਅਨੁਸਾਰ ਸਹੀ ਲੱਗਦੀ ਹੈ। ਇਸ ਦਾ ਅਰਥ ਹੈ, ਹੇ ਨਾਨਕ ਤੂੰ ਕਹਿ, ਕੀ ਕਹਿ, ਨਾ ਕੋਈ ਉੱਤਮ ਹੈ ਆਪਣੇ ਆਪ ਵਿੱਚ, ਨਾ ਕੋਈ ਆਪਣੇ ਆਪ ਵਿੱਚ ਨੀਚ ਹੈ। ਲਓ ਜੀ, ਆਪਾਂ ਵਿਚਾਰ ਕਰਦੇ ਹਾਂ ਇੱਥੇ ਜੋ ਅਸੀਂ ਕਹਿੰਦੇ ਹਾਂ ਕਿ ਹੇ ਨਾਨਕ ਆਖ, ਜਦੋਂ ਹੇ ਨਾਨਕ ਦੀ ਗੱਲ ਆਉਂਦੀ ਆ ਉਹ ਸੰਬੋਧਨ ਵਾਲੀ ਗੱਲ ਹੁੰਦੀ ਹੈ, ਤੇ ਸੰਬੋਧਨ ਉੱਥੇ ਹੁੰਦਾ ਜਿੱਥੇ ਕੱਕਾ ਮੁਕਤਾ ਹੋਵੇ, ਤੇ ਕੱਕਾ ਮੁਕਤਾ ਵੀ ਹੋਵੇ ਤੇ ਇਸ ਸ਼ਬਦ ਤੋਂ ਬਾਅਦ ਸੰਬੰਧਕ ਵੀ ਨਾ ਕੋਈ ਹੋਵੇ। ਜਿਵੇਂ ਨਾਨਕ ਕਾਜ ਹੋਵੇ ਤਾਂ ਵੀ ਕੱਕੇ ਨੂੰ ਔਂਕੜ ਨਹੀਂ ਹੋਏਗਾ, ਕਿਉਂਕਿ ਨਾਨਕ ਦੇ ਮੂਹਰੇ ਕਾ ਆ ਜਾਂਦਾ, ਸੰਬੰਧਕ ਆ ਜਾਂਦਾ, ਤਾਂ ਵੀ ਕੱਕੇ ਨੂੰ ਔਂਕੜ ਹਟ ਜਾਂਦਾ। ਪਰ ਉੱਥੇ ਨਾਨਕ ਸ਼ਬਦ ਸੰਬੋਧਨ ਵਿੱਚ ਨਹੀਂ ਹੁੰਦਾ, ਕਿਉਂਕਿ ਸੰਬੰਧਕ ਲੱਗਦਾ ਨਾਲ, ਉੱਥੇ ਅਰਥ ਨਾਨਕ ਦਾ ਹੀ ਹੋਏਗਾ। ਇੱਥੇ ਅਰਥ ਜਿਹੜਾ ਹੈ ਹੇ ਨਾਨਕ ਕਰਕੇ ਬਣਦਾ ਹੈ, ਤੇ ਹੇ ਨਾਨਕ ਤਾਂ ਹੀ ਬਣੇਗਾ ਜੇ ਕੱਕਾ ਮੁਕਤਾ ਹੋਏਗਾ ਨਾਨਕ ਸ਼ਬਦ ਦਾ। ਇਹ ਮੁਕਤਾ ਜਿਹੜਾ ਕੱਕਾ ਦੋ ਪੰਕਤੀਆਂ ਵਿੱਚ ਹੈ, ਪਹਿਲੀ ਅਤੇ ਤੀਸਰੀ ਵਿੱਚ। ਤੇ ਪਹਿਲੀ ਪੰਕਤੀ ਵਿੱਚ ਤੇ ਤੀਸਰੀ ਵਿੱਚ ਨਾਨਕ ਸ਼ਬਦ ਕੱਕਾ ਮੁਕਤੇ ਨਾਲ ਸੰਬੋਧਨ ਕਾਰਕ ਵਿੱਚ ਹੈ, ਪਰ ਇਹਦੇ ਨਾਲ ਹੋਰ ਸ਼ਬਦ ਜੋੜ ਜਿਹੜੇ ਉਹ ਫਰਕ ਵਾਲੇ ਹਨ, ਉਹ ਦੇਖਣਾ ਆਪਾਂ ਕਿਹੜੇ ਬਣਦੇ ਹਨ। ਕੋਈ, ਉੱਤਮ ਨੀਚ ਨਾ ਕੋਈ, ਕੋਈ ਦਾ ਮਤਲਬ ਹੈ ਕੋਈ। ਸੋ ਕੋਈ ਇੱਥੇ ਇੱਕ ਨੂੰ ਪ੍ਰਗਟ ਕਰਦਾ ਹੈ, ਸਿੰਗੂਲਰ ਨੂੰ ਪ੍ਰਗਟ ਕਰਦਾ ਹੈ, ਵੀ ਕੋਈ ਨਾ ਆਪਣੇ ਆਪ 'ਚ ਉੱਤਮ ਨੀਚ ਹੈ, ਉੱਤਮ ਹੈ ਨਾ ਨੀਚ ਹੈ। ਤੇ ਜੇ ਕੋਈ ਸ਼ਬਦ ਇੱਕ ਵਚਨ ਨੂੰ ਰੈਫਰ ਕਰਦਾ ਤੇ ਇਹਦਾ ਮਤਲਬ ਹੈ ਉੱਤਮ ਅਤੇ ਨੀਚ ਸ਼ਬਦ ਵੀ ਇੱਕ ਵਚਨ ਵਿੱਚ ਹੀ ਹੋਣਗੇ, ਤੇ ਇਹ ਇੱਕ ਵਚਨ ਵਿੱਚ ਤਾਂ ਹੋਣਗੇ ਜੇ ਇਹਨਾਂ ਦੇ ਅਖੀਰ ਵਿੱਚ ਔਂਕੜ ਲੱਗਾ ਹੋਏਗਾ। ਤੇ ਇਹ ਸ਼ਰਤਾਂ ਜਿਹੜੀਆਂ ਪਹਿਲੀ ਪੰਕਤੀ ਪੂਰੀਆਂ ਕਰਦੀ ਹੈ, ਨਾਨਕ ਉੱਤਮ ਨੀਚ ਨਾ ਕੋਈ। ਲਓ ਜੀ, ਤੁਕ ਨੰਬਰ 67 ਤੁਹਾਡੇ ਸਾਹਮਣੇ ਹੈ। ਮਾਰੋ ਧਿਆਨ ਜਪਜੀ ਵੱਲ। ਕਰਮਖੰਡ ਕੀ ਬਾਣੀ ਜ਼ੋਰ। ਕਰਮ ਦਾ ਮਤਲਬ ਬਖਸ਼ਿਸ਼ ਹੈ। ਇੱਥੇ ਇਹਦਾ ਅਰਥ ਬਣਦਾ ਹੈ ਜਿਹੜਾ ਕਰਮ ਦਾ ਖੰਡ ਹੈ, ਬਖਸ਼ਿਸ਼ ਦਾ ਖੰਡ ਹੈ, ਉਸ ਦੀ ਬਾਣੀ ਜਿਹੜੀ ਹੈ ਉਹ ਜ਼ੋਰ ਹੈ। ਉੱਥੇ ਆਤਮਿਕ ਸ਼ਕਤੀ ਦੀ ਗੱਲ ਹੈ। ਜ਼ੋਰ ਦਾ ਮਤਲਬ ਤਾਕਤ, ਸ਼ਕਤੀ, ਬਲ, ਆਤਮਿਕ ਸ਼ਕਤੀ, ਆਤਮਿਕ ਸਥਿਰਤਾ। ਇਹ ਬਖਸ਼ਿਸ਼ ਦੇ ਖੰਡ ਦੀ ਗੱਲ ਹੈ। ਤੋ ਪੰਕਤੀ ਤੁਸੀਂ ਚੁਣ ਲਈ ਹੋਣੀ ਆ, ਆਪ ਦੇਖਦੇ ਹਾਂ ਕਿਹੜੀ ਹੈ। ਅਸੀਂ ਕਹਿੰਦੇ ਹਾਂ ਬਖਸ਼ਿਸ਼ ਦੇ ਖੰਡ ਦੀ, ਕਰਮ ਦੇ ਖੰਡ ਦੀ। ਕਰਮ ਦਾ ਮਤਲਬ ਬਖਸ਼ਿਸ਼। ਜੋ ਅਸੀਂ ਸੰਬੰਧਕ ਨਾਲ ਵਰਤਦੇ ਹਾਂ ਕਰਮ ਦੇ ਖੰਡ ਦੀ, ਤੋ ਕਰਮ ਦੇ ਦਾ ਮਤਲਬ ਹੈ ਵੀ ਕਰਮ ਸ਼ਬਦ ਜਿਹੜਾ ਹੈ ਇਹ ਮਮਾ ਮੁਕਤੇ ਨਾਲ ਹੋਏਗਾ, ਕਿਉਂਕਿ ਇਹਦੇ ਮੂਹਰੇ ਸੰਬੰਧਕ ਲੱਗਦਾ ਆ ਬਖਸ਼ਿਸ਼ ਦੇ ਖੰਡ ਦੀ। ਹੁਣ ਖੰਡ ਦੀ ਤਾਂ ਲਿਖਿਆ ਹੀ ਹੈ, ਖੰਡ ਕੀ ਮਤਲਬ ਖੰਡ ਦੀ। ਖੰਡ ਸ਼ਬਦ ਦਾ ਡੱਡਾ ਜਿਹੜਾ ਮੁਕਤਾ ਹੋਏਗਾ, ਕਿਉਂਕਿ ਮੂਹਰੇ ਸੰਬੰਧਕ ਆ ਗਿਆ। ਤੋ ਇਹ ਸੰਬੰਧਕ ਕਰਮ ਨਾਲ ਵੀ ਲੱਗਦਾ, ਇਹ ਸੰਬੰਧਕ ਖੰਡ ਨਾਲ ਵੀ ਲੱਗਦਾ। ਤੋ ਇਸ ਕਰਕੇ ਕਰਮ ਸ਼ਬਦ ਵੀ ਮੁਕਤਾ ਅੰਤ ਹੋਏਗਾ, ਖੰਡ 'ਚ ਉਹਦੀ ਮੁਕਤਾ ਅੰਤ ਹੋਏਗਾ। ਤੇ ਊੜਾ ਪੰਕਤੀ ਠੀਕ ਹੈ। ਕਰਮ ਖੰਡ ਕੀ ਬਾਣੀ ਜ਼ੋਰ। ਤੁਕ ਨੰਬਰ 68 ਹੈ। ਸਹੀ ਤੁਕ ਚੁਣੋ। ਆਖੇ ਕੀਤੇ ਕੀਤੇ ਬੁੱਧ। ਆਖੇ ਦਾ ਮਤਲਬ ਹੁੰਦਾ ਆਖਦੇ ਹਨ। ਕੀਤੇ ਬਹੁਤ ਸਾਰੇ, ਕੀਤੇ ਪੈਦਾ ਕੀਤੇ ਹੋਏ, ਤੇ ਬੁੱਧ ਬੁੱਧ ਦਾ ਮਤਲਬ ਹੈ ਇੱਥੇ ਬੁੱਧ ਵਰਗੇ। ਲਓ ਜੀ, ਦੇਖਦੇ ਹਾਂ ਕੀਤੇ ਕੀਤੇ। ਸੋ ਕੀਤੇ ਸ਼ਬਦ ਵੀ ਬਹੁਵਚਨ ਹੈ, ਤੇ ਕੀਤੇ ਸ਼ਬਦ ਵੀ ਬਹੁਵਚਨ ਹੈ। ਆਖੇ ਸ਼ਬਦ ਵੀ ਬਹੁਵਚਨ ਦੀ ਕਿਰਿਆ ਹੈ, ਥਰਡ ਪਰਸਨ ਦੀ। ਇਹ ਸਾਰੇ ਸ਼ਬਦ ਬਹੁਵਚਨ ਹਨ, ਤੇ ਜਿਹੜਾ ਬੁੱਧ ਸ਼ਬਦ ਹੈ ਉਹ ਵੀ ਬਹੁਵਚਨ ਹੋਣਾ ਚਾਹੀਦਾ ਹੈ।
ਤੇ ਬਹੁਵਚਨ ਸ਼ਬਦ ਜਿਹੜਾ ਬੁੱਧ ਹੈ ਇਹ ਤਾਂ ਬਣਦਾ ਜੇ ਧੱਦਾ ਮੁਕਤਾ ਹੋ ਜਾਏ। ਤੇ ਧੱਦਾ ਮੁਕਤਾ ਜਿਹੜਾ ਪਹਿਲੀ ਪੰਕਤੀ ਵਿੱਚ ਹੈ, ਇਸ ਕਰਕੇ ਪਹਿਲੀ ਪੰਕਤੀ ਠੀਕ ਹੈ। ਦੂਜੀ ਵਿੱਚ ਸ਼ਬਦ ਧੱਦੇ ਨੂੰ ਸਿਆਰੀ ਪੈ ਗਈ, ਉਹਦਾ ਉਹ ਬਹੁਵਚਨ ਨਹੀਂ ਬਣਦਾ, ਉਹ ਬਣਦਾ ਬੁੱਧੀ, ਇੱਕ ਵਚਨ ਬਣ ਗਿਆ, ਉਹ ਬਣ ਗਿਆ ਇਸਤਰੀ ਲਿੰਗ। ਤੇ ਤੀਜੀ ਪੰਕਤੀ ਵਿੱਚ ਬੁੱਧ ਸ਼ਬਦ ਜਿਹੜਾ ਹੈ ਉਹ ਇੱਕ ਵਚਨ ਬਣ ਗਿਆ ਬੁੱਧ, ਜਦੋਂ ਕਿ ਆਖੇ ਕੀਤੇ ਕੀਤੇ ਸਾਰੇ ਸ਼ਬਦ ਜਿਹੜੇ ਬਹੁਵਚਨ ਹਨ, ਤੇ ਬੁੱਧ ਸ਼ਬਦ ਵੀ ਬਹੁਵਚਨ ਚਾਹੀਦਾ ਹੈ, ਤੇ ਉਹ ਪਹਿਲੀ ਪੰਕਤੀ ਵਿੱਚ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਬੁੱਧ ਦਾ ਮਤਲਬ ਬੁੱਧ ਵਰਗੇ, ਮਹਾਤਮਾ ਬੁੱਧ ਵਰਗੇ, ਆਖੇ ਕੀਤੇ ਕੀਤੇ, ਪੈਦਾ ਕੀਤੇ ਹੋਏ ਹੋਰ ਕਿੰਨੇ ਸਾਰੇ ਬੁੱਧ ਹਨ ਜਿਹੜੇ ਕਿ ਰੱਬ ਨੂੰ ਕਹਿ ਰਹੇ ਹਨ, ਕੁਛ ਨਾ ਕੁਛ ਬਿਆਨ ਕਰ ਰਹੇ ਹਨ ਰੱਬ ਬਾਰੇ। ਤੁਕ ਨੰਬਰ 69 ਹੈ, ਇਹਦਾ ਅਰਥ ਹੈ ਇੰਨੇ ਜਿੰਨੇ ਪੈਦਾ ਕੀਤੇ ਹੋਏ ਜੀਵ ਹਨ, ਹੇ ਪ੍ਰਭੂ ਜੇ ਤੂੰ ਇਹਨਾਂ ਤੋਂ ਹੋਰ ਵੀ ਵੱਧ ਪੈਦਾ ਕਰ ਦੇਵੇਂ, ਇਹਦਾ ਅਰਥ ਬਣਦਾ ਇੱਥੇ ਕੀਤੇ ਹੋਰ ਕਰੇ। ਇੱਥੇ ਕੀਤੇ ਮੈਨੇ ਇੰਨੇ ਜਿੰਨੇ ਪੈਦਾ ਕੀਤੇ ਹੋਏ ਹਨ ਜੀਵ, ਇਹਨਾਂ ਤੋਂ ਵੱਧ ਹੋਰ ਬਹੁਤ ਸਾਰੇ ਜੇ ਪੈਦਾ ਕਰ ਦੇਵੇਂ, ਇਹਦਾ ਅਰਥ ਬਣਦਾ ਹੈ। ਸੋ ਆਓ ਦੇਖਦੇ ਹਾਂ ਕਿਹੜੀ ਪੰਕਤੀ ਜਿਹੜੀ ਉਹ ਠੀਕ ਲੱਗਦੀ ਹੈ। ਇਤੇ ਸ਼ਬਦ ਬਹੁਵਚਨ ਹੈ, ਕੀਤੇ ਸ਼ਬਦ ਬਹੁਵਚਨ ਹੈ, ਤੇ ਇਹਦੇ ਬਾਅਦ ਵਿੱਚ ਵੀ ਜਿਹੜਾ ਸ਼ਬਦ ਆਏਗਾ ਉਹ ਪਲੂਰਲ ਸੈਂਸ ਵਿੱਚ ਆਏਗਾ। ਤੇ ਉਹ ਸ਼ਬਦ ਜਿਹੜਾ ਹੈ ਪਲੂਰਲ ਸੈਂਸ ਵਿੱਚ, ਇੱਥੇ ਸ਼ਬਦ ਤਿੰਨ ਤਰ੍ਹਾਂ ਲਿਖਿਆ ਹੈ, ਹੋਰ, ਹੋਰ ਤੇ ਹੋਰ। ਈੜੀ ਵਿੱਚ ਇੱਥੇ ਇੱਕ ਮਿਸਟੇਕ ਜਿਹੜੀ ਹੈ ਉਹ ਹੈ ਕਿ ਰਾਰੇ ਨੂੰ ਔਂਕੜ ਇੱਥੇ ਪੈਣਾ ਸੀ ਇਸ ਤਰ੍ਹਾਂ, ਤੇ ਹਾਹਾ ਜਿਹੜਾ ਹੈ ਇਹਦਾ ਔਂਕੜ ਕੱਟਿਆ ਜਾਣਾ। ਹੋਰ, ਹੋਰ ਸ਼ਬਦ ਜਿਹੜਾ ਇਹਦੇ ਤਿੰਨ ਰੂਪ ਹਨ ਇੱਥੇ ਦੱਸੋਏ। ਜਿਹੜਾ ਪਲੂਰਲ ਸੈਂਸ ਵਾਲਾ ਰੂਪ ਹੁੰਦਾ ਹੋਰ ਦਾ, ਇਹ ਰਾਰੇ ਨੂੰ ਸਿਹਾਰੀ ਵਾਲਾ ਹੁੰਦਾ, ਇਹ ਬਹੁਵਚਨ ਹੁੰਦਾ। ਤੇ ਐੜੇ ਵਾਲੀ ਪੰਕਤੀ ਜਿਹੜੀ ਉਹਦੇ ਵਿੱਚ ਹੋਰ ਸ਼ਬਦ ਰਾਰਾ ਮੁਕਤਾ ਨਾਲ ਆ, ਉਹ ਸ਼ਬਦ ਬਣ ਗਿਆ ਇਸਤਰੀ ਲਿੰਗ, ਨਾਲੇ ਬਣ ਗਿਆ ਇੱਕ ਵਚਨ, ਇਹ ਢੁੱਕਦਾ ਨਹੀਂ। ਈੜੀ ਵਿੱਚ ਹੋਰ ਸ਼ਬਦ ਜਿਹੜਾ ਪੁਲਿੰਗ ਬਣ ਗਿਆ, ਇੱਕ ਵਚਨ ਬਣ ਗਿਆ, ਉਹ ਵੀ ਢੁੱਕਦਾ ਨਹੀਂ। ਤੇ ਢੁੱਕਦਾ ਕਿਹੜਾ, ਜਿਹੜਾ ਪਲੂਰਲ ਵਾਲਾ ਸ਼ਬਦ ਹੈ ਉਹ ਹੈ ਹੋਰ ਹੀ। ਇੱਥੇ ਕੀਤੇ ਹੋਰ ਹੀ ਕਰੇ, ਹੋਰ ਵੀ ਜ਼ਿਆਦਾ ਪੈਦਾ ਕਰ ਦੇਵੇਂ ਤਾਂ ਕਰ ਸकें ਕਿ ਅਗਲੀ ਪੰਕਤੀ। ਤੁਕ ਨੰਬਰ 70 ਦੇਖੋ, ਤੇ ਲਾਓ ਆਪਣਾ ਗੈਸ ਵਰਕ। ਤੇ ਇੱਥੇ ਗੈਸ ਵਰਕ ਲਾਉਣ ਦੀ ਲੋੜ ਨਹੀਂ ਪਈ, ਤਿੰਨੇ ਪੰਕਤੀਆਂ ਜਿਹੜੀਆਂ ਉਹ ਇੱਕੋ ਤਰ੍ਹਾਂ ਲਿਖੀਆਂ ਗਈਆਂ ਹਨ, ਇਸ ਕਰਕੇ ਇਹ ਤਿੰਨੋਂ ਪੰਕਤੀਆਂ ਠੀਕ ਹਨ। ਨਾਨਕ ਜਾਣੈ ਸਾਚਾ ਸੋਇ, ਇੱਥੇ ਨਾਨਕ ਸ਼ਬਦ ਜਿਹੜਾ ਹੈ ਇਹ ਸੰਬੋਧਨ ਕਾਰਕ ਵਿੱਚ ਹੈ। ਇਹ ਨਾਨਕ ਆਖ ਜਾਣੈ ਸਾਚਾ ਸੋਇ, ਉਹ ਸੱਚਾ ਸੋਇ ਮੈਨੇ ਉਹੀ ਸੱਚਾ ਜਿਹੜਾ ਹੈ ਉਹ ਜਾਣਦਾ ਹੈ। ਤੁਕ ਨੰਬਰ 71 ਹੈ, ਇਹਦਾ ਅਰਥ ਹੈ ਹੇ ਨਿਰੰਕਾਰ ਤੂੰ ਸਦਾ ਹੀ ਸਲਾਮਤ ਹੈ, ਤੂੰ ਸਦਾ ਹੀ ਅਟਲ ਹੈ, ਤੂੰ ਸਦਾ ਹੀ ਸਥਿਰ ਹੈ, ਸਥਿਰ ਹੈ। ਸਲਾਮਤ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ, ਸਲਾਮਤ ਰਹਿਣ ਵਾਲਾ। ਲਓ ਜੀ ਗੁਰਬਾਣੀ ਦੇ ਪ੍ਰੇਮੀਓ, ਆਪਾਂ ਦੇਖਦੇ ਹਾਂ ਇੱਥੇ ਕਿਹੜੀ ਪੰਕਤੀਆਂ ਵਿੱਚੋਂ ਸ਼ਬਦ ਜੋੜਾਂ ਅਨੁਸਾਰ ਸਹੀ ਜਾਪਦੀ ਹੈ। ਅਸੀਂ ਕਹਿੰਦੇ ਹਾਂ ਹੇ ਨਿਰੰਕਾਰ ਤੂੰ ਸਦਾ ਹੀ ਸਲਾਮਤ ਹੈ, ਤੂੰ ਸਦਾ ਹੀ ਅਟਲ ਹੈ, ਸਦਾ ਹੀ ਸਥਿਰ ਹੈ, ਤੂੰ ਕਿਤੇ ਜਾਣ ਵਾਲਾ ਨਹੀਂ, ਤੇਰੀ ਸਲਾਮਤੀ ਹਰ ਵੇਲੇ ਕਾਇਮ ਹੈ। ਤੂੰ ਗੱਲ ਤੇ
ਨਿਰੰਕਾਰ ਸ਼ਬਦ ਹੀ ਹੈ, ਬਾਕੀ ਸ਼ਬਦ ਜੋੜ ਉਸੇ ਤਰ੍ਹਾਂ ਹੀ ਹਨ। ਜਦੋਂ ਅਸੀਂ ਕਹਿੰਦੇ ਹਾਂ ਹੇ ਨਿਰੰਕਾਰ, ਹੇ ਨਾਨਕ, ਹੇ ਗੁਰੂ, ਤਾਂ ਸੰਬੋਧਨ ਵਾਲਾ ਜਿਹੜਾ ਸ਼ਬਦ ਹੁੰਦਾ ਹੈ ਉਹ ਇੱਥੇ ਔਂਕੜ ਅੰਤ ਹੁੰਦਾ ਹੈ, ਨਾ ਔਂਕੜ ਮੁਕਤ ਹੁੰਦਾ ਹੈ। ਔਂਕੜ ਅੰਤ ਨਹੀਂ ਹੁੰਦਾ, ਔਂਕੜ ਮੁਕਤ ਹੁੰਦਾ ਹੈ। ਉਹ ਸ਼ਬਦ ਦੇ ਅਖੀਰ ਵਿੱਚ ਔਂਕੜ ਨਹੀਂ ਹੁੰਦਾ। ਅਸੀਂ ਕਹਿੰਦੇ ਹੇ ਨਿਰੰਕਾਰ, ਤੂੰ ਸਦਾ ਹੀ ਟਲ ਹੈ। ਜਦੋਂ ਹੇ ਨਿਰੰਕਾਰ ਆਖਦੇ ਹਾਂ ਤਾਂ ਰਾਰਾ ਮੁਕਤਾ ਹੋਵੇਗਾ ਨਿਰੰਕਾਰ ਸ਼ਬਦ ਦਾ। ਤੇ ਇਹ ਗੱਲ ਜਿਹੜੀ ਹੈ ਇਹ ਐੜਾ ਪੰਕਤੀ ਵਿੱਚ ਆਉਂਦੀ ਹੈ, ਤੂੰ ਸਦਾ ਸਲਾਮਤੀ ਨਿਰੰਕਾਰ। ਦੂਸਰੀਆਂ ਦੋ ਪੰਕਤੀਆਂ ਵਿੱਚ ਇਹ ਸ਼ਰਤ ਪੂਰੀ ਨਹੀਂ ਹੁੰਦੀ ਸੰਬੋਧਨ ਵਾਲੀ, ਇਸ ਕਰਕੇ ਊੜਾ ਪੰਕਤੀ ਠੀਕ ਹੈ। ਤੁਕ ਨੰਬਰ 72 ਰਹਿੰਦੇ ਆ। ਤਾਂ ਇਹਦੇ ਵਿੱਚ ਅਮੁੱਲ ਧਰਮ ਅਮੁੱਲ ਦੀਵਾਨ ਇਹ ਪੰਕਤੀ ਹੈ। ਉਸਦਾ ਧਰਮ ਜਿਹੜਾ ਹੈ, ਨਿਯਮ ਜਿਹੜਾ ਹੈ ਉਹ ਵੀ ਅਟੱਲ ਹੈ। ਸੰਸਾਰ ਦੀ ਮਰਜ਼ਾਦਾ ਦਾ ਜਿਹੜਾ ਨਿਯਮ ਹੈ ਉਹ ਵੀ ਅਟੱਲ ਹੈ। ਅਤੇ ਉਸਦਾ ਜਿਹੜਾ ਦਰਬਾਰ ਹੈ, ਸੰਸਾਰ ਰੂਪੀ ਦਰਬਾਰ ਕਚਹਿਰੀ, ਉਹ ਵੀ ਅਟੱਲ ਹੈ। ਆਪਾਂ ਦੇਖਦੇ ਹਾਂ ਇੱਥੇ ਕਿਹੜੀ ਪੰਕਤੀ ਆਪਾਂ ਨੂੰ ਦਰੁਸਤ ਲੱਗਦੀ ਹੈ। ਧਰਮ ਸ਼ਬਦ ਜਿਹੜਾ ਹੈ ਇਹ ਮੰਮੇ ਨੂੰ ਔਂਕੜ ਨਾਲ ਹੁੰਦਾ ਹੈ। ਦੀਵਾਨ ਸ਼ਬਦ ਕਿਉਂਕਿ ਇਹ ਵੀ ਇੱਕ ਵਚਨ ਹੈ, ਵੀ ਨਾਣੇ ਨੂੰ ਔਂਕੜ ਨਾਲ ਹੋਏਗਾ। ਜੇ ਦੀਵਾਨ ਸ਼ਬਦ ਦਾ ਮਤਲਬ ਦਰਬਾਰ ਇੱਕ ਵਚਨ ਹੈ ਤਾਂ ਇਹਦਾ ਜਿਹੜਾ ਵਿਸ਼ੇਸ਼ਣ ਹੈ ਉਹ ਵੀ ਇੱਕ ਵਚਨ ਹੋਊਗਾ ਅਤੇ ਉਹ ਵੀ ਔਂਕੜ ਨਾਲ ਹੋਏਗਾ। ਧਰਮ ਸ਼ਬਦ ਇੱਕ ਵਚਨ ਹੈ, ਇਹਨੂੰ ਔਂਕੜ ਲੱਗਾ ਹੋਇਆ। ਇਹਦਾ ਜਿਹੜਾ ਵਿਸ਼ੇਸ਼ਣ ਹੈ ਉਹ ਵੀ ਇੱਕ ਵਚਨ ਵਿੱਚ ਹੋਏਗਾ ਅਤੇ ਪੁਲਿੰਗ ਰੂਪ ਵਿੱਚ ਹੋਏਗਾ, ਔਂਕੜ ਵਾਲਾ ਹੋਏਗਾ। ਸੋ ਧਰਮ ਅਤੇ ਦੀਵਾਨ ਦੋਵੇਂ ਸ਼ਬਦ ਪੁਲਿੰਗ ਰੂਪ ਵਿੱਚ ਹਨ ਅਤੇ ਇਹਨਾਂ ਦੇ ਜਿਹੜੇ ਵਿਸ਼ੇਸ਼ਣ ਸ਼ਬਦ ਹਨ ਉਹ ਵੀ ਪੁਲਿੰਗ ਰੂਪ ਵਿੱਚ ਔਂਕੜ ਨਾਲ ਹੀ ਹੋਣਗੇ। ਅਤੇ ਇਸ ਕਰਕੇ ਪਹਿਲੀ ਪੰਕਤੀ ਜਿਹੜੀ ਹੈ ਇਹ ਸ਼ਰਤਾਂ ਪੂਰੀਆਂ ਕਰਦੀ ਹੈ। ਅਮੁੱਲ ਧਰਮ ਅਮੁੱਲ ਦੀਵਾਨ। ਤੁਕ ਨੰਬਰ 73 ਹੈ। ਗੈਸ ਵਰਕ ਲਾਓ। ਇਸ ਪੰਕਤੀ ਅਰਥ ਹੈ, ਕਿਉਂਕਿ ਅਰਥ ਜਿਹੜਾ ਹੈ ਉਹਦੇ ਵਿੱਚ ਉਹ ਤੋਂ ਸ਼ਬਦਾਂ ਦੀ ਬਣਤਰ ਦਾ ਕੁਝ ਪਤਾ ਲੱਗ ਜਾਂਦਾ ਹੈ। ਜਿਹੜਾ ਰੱਬ ਦਾ ਆਸਣ ਹੈ ਅਤੇ ਉਹਦੇ ਭੰਡਾਰ ਜਿਹੜੇ ਆ, ਭੰਡਾਰੇ ਵੱਖ-ਵੱਖ ਤਰ੍ਹਾਂ ਦੇ, ਇਹ ਧਰਤੀ ਦੇ ਹਰ ਖਿੱਤੇ ਵਿੱਚ ਹਨ। ਇਹਦਾ ਅਰਥ ਹੈ ਲੋਏ। ਲੋਏ ਦਾ ਮਤਲਬ ਹਰ ਲੋਕ ਵਿੱਚ, ਹਰ ਖਿੱਤੇ ਵਿੱਚ, ਹਰ ਥਾਂ ਉਹਦਾ ਆਸਣ ਹੈ ਅਤੇ ਹਰ ਥਾਂ ਉਹਦੇ ਭੰਡਾਰ ਭਰੇ ਹੋਏ ਹਨ। ਆਓ ਦੇਖਦੇ ਹਾਂ ਇਹ ਸ਼ਰਤਾਂ ਕਿੱਥੇ ਪੂਰੀਆਂ ਹੁੰਦੀਆਂ। ਅਸੀਂ ਕਹਿੰਦੇ ਹਾਂ ਰੱਬ ਦਾ, ਕਿਉਂਕਿ ਰੱਬ ਇੱਕ ਹੈ, ਉਹਦਾ ਆਸਣ ਵੀ ਇੱਕ ਹੈ। ਆਸਣ ਦਾ ਮਤਲਬ ਹੈ ਟਿਕਾਣਾ। ਸੋ ਟਿਕਾਣਾ ਜਿਹੜਾ ਉਹਦਾ ਉਹ ਹਰ ਥਾਂ ਹੈ। ਅਤੇ ਇਹ ਟਿਕਾਣਾ ਦਾ ਮਤਲਬ ਇਹ ਸਿੰਗੂਲਰ ਬਣ ਗਿਆ, ਆਸਣ ਸਿੰਗੂਲਰ ਨੰਬਰ ਬਣ ਗਿਆ ਅਤੇ ਇਹਨੂੰ ਫਿਰ ਨਾਣੇ ਨੂੰ ਔਂਕੜ ਹੋਏਗਾ ਕਿਉਂਕਿ ਇੱਕ ਵਚਨ ਬਣ ਗਿਆ ਟਿਕਾਣਾ। ਹੁਣ ਭੰਡਾਰ, ਉਹਦੇ ਵੱਖ-ਵੱਖ ਤਰ੍ਹਾਂ ਦੇ ਭੰਡਾਰ ਹਨ ਅਤੇ ਭੰਡਾਰ ਸ਼ਬਦ ਬਹੁ ਵਚਨ ਹੈ ਅਤੇ ਬਹੁ ਵਚਨ ਹੋਣ ਕਰਕੇ ਰਾਰਾ ਅੱਖਰ ਜਿਹੜਾ ਮੁਕਤਾ ਹੋਏਗਾ ਭੰਡਾਰ ਦਾ, ਅਤੇ ਆਸਣ ਦਾ ਨਾਣਾ ਔਂਕੜ ਨਾਲ ਹੋਏਗਾ। ਅਤੇ ਇਹ ਸ਼ਰਤਾਂ ਐੜੇ ਵਾਲੀ ਤੁਕ ਪੂਰੀਆਂ ਕਰਦੀ ਹੈ। ਆਸਣ ਲੋਏ ਲੋਏ ਭੰਡਾਰ। ਤੁਕ ਨੰਬਰ 74 'ਤੇ ਆਉਂਦੇ ਹਾਂ। ਸਹੀ ਤੁਕ ਚੁਣੋ। ਤੋ ਪਿਆਰਿਓ, ਇਹ ਤੁਕ ਜਿਹੜੀ ਹੈ ਇਹ ਵੀ ਜਪਜੀ ਦੇ ਵਿੱਚੋਂ ਹੈ। ਇਹਦਾ ਅਰਥ ਹੈ ਮੰਨਣ ਨਾਲ
ਕੀ ਮੰਨਣ ਨਾਲ? ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ। ਸਗਲ ਭਵਨ ਕੀ ਸੁਧ, ਜਹਾਨ ਜਿਹੜਾ ਉਹਦੇ ਵਿੱਚ ਵਸਦਾ ਪ੍ਰਭੂ ਜਿਹੜਾ ਆ ਉਹਦੇ ਬਾਰੇ ਪਤਾ ਲੱਗ ਜਾਂਦਾ ਕਿ ਸਾਰਾ ਜਹਾਨ ਜਿਹੜਾ ਆ ਇਹ ਰੱਬ ਦੀ ਪੈਦਾ ਕੀਤੀ ਹੋਈ ਕੁਦਰਤ ਹੈ। ਇਸ ਗੱਲ ਦੀ ਸਮਝ ਆ ਜਾਂਦੀ ਹੈ ਮੰਨਣ ਕਰਕੇ ਉਪਦੇਸ਼। ਤੇ ਆਓ ਦੇਖਦੇ ਹਾਂ ਇਸ ਪੰਕਤੀ ਵਿੱਚ ਇੱਕ ਸ਼ਬਦ ਹੈ ਭਵਨ। ਭਵਨ ਤੋਂ ਬਾਅਦ ਸੰਬੰਧਕ ਆਇਆ ਹੋਇਆ ਕੀ। ਤੇ ਜੇ ਕੀ ਸੰਬੰਧਕ ਆਇਆ ਹੋਇਆ ਇਹਦਾ ਮਤਲਬ ਹੈ ਇਸ ਤੋਂ ਪਹਿਲਾਂ ਜਿਹੜਾ ਭਵਨ ਸ਼ਬਦ ਹੈ ਉਹਨੂੰ ਔਂਕੜ ਨਹੀਂ ਹੋਏਗਾ ਅਖੀਰ ਵਿੱਚ, ਕਿਉਂਕਿ ਸੰਬੰਧਕ ਆਇਆ ਹੋਇਆ। ਤੇ ਔਂਕੜ ਨਹੀਂ ਹੋਏਗਾ ਤਾਂ ਫਿਰ ਊੜਾ ਤੇ ਈੜੀ ਵਾਲੀ ਪੰਕਤੀ ਆ, ਇਹਨਾਂ ਵਿੱਚੋਂ ਇੱਕ ਪੰਕਤੀ ਜਿਹੜੀ ਆਂਸਰ ਹੋ ਸਕਦਾ। ਤੇ ਉਹਨਾਂ ਵਿੱਚ ਸੁੱਧ ਸ਼ਬਦ ਜਿਹੜਾ ਇਹਦੇ ਸਪੈਲਿੰਗ ਵੱਖ-ਵੱਖ ਹਨ। ਆਪਾਂ ਕਿਹਾ ਸੀ ਵੀ ਸੂਝ ਹੋ ਜਾਂਦੀ ਹੈ ਕਿ ਰੱਬ ਸਾਰੇ ਭਵਨ ਜਿਹੜੇ ਆ ਉਹਨਾਂ ਵਿੱਚ ਵਿਚਰ ਰਿਹਾ, ਉਹਦਾ ਟਿਕਾਣਾ ਸਾਰੇ ਭਵਨਾਂ ਵਿੱਚ ਹੀ ਆ। ਤਾਂ ਸੂਝ ਜਿਹੜੀ ਤਾਂ ਸੂਝ ਦੀ ਗੱਲ ਕਰਦੇ ਆਪਾਂ, ਸੂਝੀ ਦੀ ਗੱਲ ਕਰਦੇ ਹਾਂ ਤਾਂ ਇਹ ਧੱਦੇ ਨੂੰ ਸਿਆਰੀ ਵਾਲਾ ਸ਼ਬਦ ਹੁੰਦਾ ਸੁੱਧ। ਤੇ ਜਿਹੜਾ ਈੜੀ ਵਿੱਚ ਲਿਖਿਆ ਸੁੱਧ ਤਾਂ ਉਹ ਸ਼ਬਦ ਹੁੰਦਾ ਆ ਸ਼ੁੱਧ। ਤੇ ਇੱਥੇ ਸ਼ੁੱਧ ਵਾਲੀ ਗੱਲ ਨਹੀਂ, ਇੱਥੇ ਸੁੱਧੀ ਵਾਲੀ ਗੱਲ ਹੈ। ਸੁੱਧੀ ਜਿੱਦਾਂ ਬੁੱਧ ਹੁੰਦਾ ਸ਼ਬਦ, ਇੱਕ ਹੁੰਦਾ ਬੁੱਧੀ। ਬੁੱਧੀ ਸ਼ਬਦ ਧੱਦੇ ਨੂੰ ਸਿਆਰੀ ਹੁੰਦੀ, ਮਤਲਬ ਅਕਲ ਹੁੰਦਾ ਆ। ਤੇ ਬੁੱਧ ਸ਼ਬਦ ਜਿਹੜਾ ਆ ਇਹਦਾ ਮਤਲਬ ਹੁੰਦਾ ਆ ਮਹਾਤਮਾ ਬੁੱਧ ਵਰਗੇ, ਬੋਧੀ, ਬੁੱਧ। ਤੇ ਇਸ ਤਰ੍ਹਾਂ ਸ਼ਬਦ ਜੋੜਾਂ ਵਿੱਚ ਇਹਨਾਂ ਇਸ ਤਰ੍ਹਾਂ ਫਰਕ ਬਣ ਜਾਂਦਾ ਹੈ। ਤੋ ਊੜਾ ਵਾਲੀ ਪੰਕਤੀ ਜਿਹੜੀ ਹੈ ਇਹ ਠੀਕ ਹੈ। ਇੱਥੇ ਤੁਕ ਨੰਬਰ 75 ਵੱਲ ਦੇਖਦੇ ਹਾਂ। ਇਹ ਤੁਕ ਹੈ ਜਿਹਦਾ ਅਰਥ ਹੈ ਜਿਸਨੇ ਮੰਨ ਲਿਆ ਹੈ ਉਪਦੇਸ਼ ਗੁਰੂ ਦਾ, ਜਿਸਨੇ ਧਾਰਨ ਕਰ ਲਿਆ ਹੈ, ਜਿਸਨੇ ਗੁਰੂ ਦਾ ਉਪਦੇਸ਼ ਮਨ 'ਚ ਵਸਾ ਲਿਆ ਹੈ, ਉਸ ਦੀ ਜਿਹੜੀ ਅਵਸਥਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸਨੇ ਗੁਰੂ ਦਾ ਉਪਦੇਸ਼ ਜਿਹੜਾ ਮਨ 'ਚ ਵਸਾ ਲਿਆ ਹੈ, ਮੰਨ ਲਿਆ ਹੈ। ਜਿੰਨੇ ਨੂੰ ਲਾਮ ਇੱਥੇ ਇਹਦਾ ਮਤਲਬ ਹੈ ਮੰਨ ਲਿਆ ਹੈ। ਲਓ ਦੇਖਦੇ ਹਾਂ ਕਿਹੜੀ ਪੰਕਤੀ ਆਪਾਂ ਨੂੰ ਠੀਕ ਲੱਗਦੀ ਹੈ। ਇਹਨਾਂ ਤਿੰਨਾਂ ਪੰਕਤੀਆਂ ਵਿੱਚ ਜਿਹੜਾ ਗਤ ਸ਼ਬਦ ਹੈ ਇਹਦੇ ਅਰਥ, ਇਹਦੇ ਸਪੈਲਿੰਗ ਜਿਹੜੇ ਵੱਖਰੇ ਵੱਖਰੇ ਹਨ। ਇਹਨਾਂ ਨਾਲ ਇਹਦਾ ਅਰਥ ਵੀ ਵੱਖਰਾ ਵੱਖਰਾ ਬਣ ਜਾਂਦਾ। ਅਸੀਂ ਕਹਿੰਦੇ ਹਾਂ ਕਿ ਜਿਸ ਨੇ ਮੰਨ ਲਿਆ ਹੈ ਗੁਰੂ ਦਾ ਉਪਦੇਸ਼, ਗੁਰੂ ਦੀ ਗੱਲ ਮੰਨ ਲਈ ਹੈ ਜਿਸਨੇ, ਉਸ ਦੀ ਅਵਸਥਾ ਜਿਹੜੀ ਹੈ ਆਤਮਿਕ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸੋਝੀ ਹੋ ਜਾਂਦੀ ਹੈ। ਅਤੇ ਜਦੋਂ ਆਤਮਿਕ ਅਵਸਥਾ ਦੀ ਗੱਲ ਆਉਂਦੀ ਹੈ ਉਹਦੇ ਬਸ ਸ਼ਬਦ ਹੁੰਦਾ ਗਤੀ। ਤੱਤੇ ਨੂੰ ਸਿਆਰੀ ਹੁੰਦੀ ਉੱਥੇ ਪਈ ਹੋਈ, ਉਹਦਾ ਮਤਲਬ ਹੁੰਦਾ ਅਵਸਥਾ, ਗਤੀ, ਚਾਲ, ਸਟੇਟ ਆਫ ਮਾਈਂਡ। ਤਾਂ ਇਸ ਹਿਸਾਬ ਨਾਲ ਊੜਾ ਵਾਲੀ ਪੰਕਤੀ ਠੀਕ ਹੈ। ਦੂਜੀਆਂ ਪੰਕਤੀਆਂ ਵਿੱਚ ਇਹ ਸ਼ਰਤ ਪੂਰੀ ਨਹੀਂ ਹੁੰਦੀ, ਉੱਥੇ ਅਰਥ ਹੋਰ ਹਨ। ਤਾਂ ਇਸ ਤਰ੍ਹਾਂ ਅਸੀਂ ਇਸ ਐਪੀਸੋਡ ਵਿੱਚ ਤੁਕ ਨੰਬਰ 75 ਤੱਕ ਪਹੁੰਚੇ ਹਾਂ। ਯਤਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਗਏ ਸ਼ਬਦ ਜੋੜ, ਉਹਨਾਂ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਪ੍ਰਾਪਤ ਹੋ ਜਾਏ। ਇੱਕੋ ਹੀ ਸ਼ਬਦ ਜਿਹੜਾ ਵੱਖ-ਵੱਖ ਰੂਪਾਂ ਵਿੱਚ ਲਿਖਿਆ ਮਿਲਦਾ ਹੈ, ਜਿਵੇਂ ਇੱਥੇ ਗਤੀ, ਗਾਤ, ਗਾਤੂ, ਇਹ ਤਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਗਏ ਹਨ। ਪਹਿਲੇ ਸ਼ਬਦ ਦਾ ਮਤਲਬ ਹੈ ਅਵਸਥਾ, ਚਾਲ, ਸਟੇਟ। ਦੂਸਰਾ ਤੱਤਾ ਜਿਹੜਾ ਮੁਕਤਾ ਹੈ ਇਹਦਾ ਮਤਲਬ ਹੈ ਬਦਲਣਾ, ਬਦਲਾ ਆ ਜਾਣਾ। ਤੀਸਰਾ ਜਿਹੜਾ ਤੱਤੇ ਨੌਕੜ ਵਾਲਾ ਹੈ ਇਹਦਾ ਮਤਲਬ ਹੁੰਦਾ ਹੈ ਦੂਰ ਹੋ ਜਾਣਾ, ਖਤਮ ਹੋ ਜਾਣਾ, ਨੱਠ ਜਾਣਾ, ਨਾਸ਼ ਹੋ ਜਾਣਾ। ਜਿੱਦਾਂ ਹਿੰਸਾ, ਹਉਮੈ, ਗਤ ਗਏ, ਹਿੰਸਾ ਦੂਰ ਹੋ ਗਈ ਅਤੇ ਹਉਮੈ ਦੂਰ ਹੋ ਗਈ। ਉਹ ਤੱਤੇ ਨੂੰ ਔਂਕੜ ਵਾਲਾ ਸ਼ਬਦ ਉਹ ਨਾਲ ਗੱਲ ਬਣਦੀ ਹੈ।
ਤੋ ਇਸ ਤਰ੍ਹਾਂ ਸ਼ਬਦ ਜੋੜ ਜਿਹੜੇ ਹਨ, ਇੱਕੋ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਤਰਾ ਲਾ ਕੇ ਸ਼ਬਦ ਜੋੜ ਬਦਲਵੇਂ ਬਣਦੇ ਹਨ, ਉਹਨਾਂ ਦੇ ਅਰਥ ਵੀ ਬਦਲ ਜਾਂਦੇ ਹਨ। ਤੋ ਇਸ ਕਰਕੇ ਹੀ ਇਹਨਾਂ ਸ਼ਬਦ ਜੋੜਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਤੋ ਉਮੀਦ ਹੈ ਕਿ ਜਿਹੜੇ ਗੁਰਬਾਣੀ ਦੇ ਪ੍ਰੇਮੀ ਹਨ ਉਹਨਾਂ ਨੂੰ ਜ਼ਰੂਰ ਥੋੜ੍ਹਾ ਬਹੁਤਾ ਇੰਟਰਸਟ ਹੋਇਆ ਹੋਵੇਗਾ ਵੀ ਇਹਨਾਂ ਸ਼ਬਦ ਜੋੜਾਂ ਵੱਲ ਧਿਆਨ ਰੱਖਿਆ ਜਾਵੇ, ਸਮਝਿਆ ਜਾਵੇ, ਕਿਉਂਕਿ ਸਾਡਾ ਵਿਰਸਾ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਆਓ ਉੱਥੇ ਫਤਿਹ ਸਾਂਝ ਕਰਦੇ ਹਾਂ, ਭੁੱਲਾਂ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।